हेलो एवरीवन। आज ਆਪਾਂ ਕਰਾਂਗੇ ਲੈਸਨ 1 ਹਸਨਸ ਅਟੈਂਡੈਂਸ ਪ੍ਰੋਬਲਮ ਰਿਟਨ ਬਾय ਸੁਧਾ ਮੂਰਤੀ। ਇਹ ਕਹਾਣੀ ਹੈ ਸੁਧਾ ਮੂਰਤੀ ਜੋ ਕਿ ਇਨਫੋਸਿਸ ਦੇ ਮਸ਼ਹੂਰ ਮਾਲਕ ਸ਼੍ਰੀ ਨਾਰਾਇਣ ਮੂਰਤੀ ਦੀ ਪਤਨੀ ਹੈ ਅਤੇ ਉਸ ਦੇ ਇੱਕ ਵਿਦਿਆਰਥੀ ਹਸਨ ਦੀ ਜੋ ਨਿਯਮਿਤ ਤੌਰ ਤੇ ਕਲਾਸ ਵਿੱਚ ਨਹੀਂ ਜਾਂਦਾ ਸੀ। ਉਹ ਸਿਰਫ ਟੈਸਟ ਅਤੇ ਇਮਤਿਹਾਨਾਂ ਦੌਰਾਨ ਹੀ ਕਲਾਸਾਂ ਵਿੱਚ ਜਾਂਦਾ ਸੀ। ਤੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹ ਚੈਪਟਰ। ਮਿਸਿਸ ਸੁਧਾ ਮੂਰਤੀ ਇਜ਼ ਅ ਟੀਚਰ, ਸੋਸ਼ਲ ਵਰਕਰ ਐਂਡ ਅ ਫਿਲੈਂਥਰੋਪਿਸਟ। ਸ਼੍ਰੀਮਤੀ ਸੁਧਾ ਮੂਰਤੀ ਇੱਕ ਅਧਿਆਪਕਾ, ਸਮਾਜ ਸੇਵਿਕਾ ਅਤੇ ਪਰਉਪਕਾਰੀ ਹੈ। her work speaks more than any words will। ਉਸ ਦਾ ਕੰਮ ਕਿਸੇ ਵੀ ਸ਼ਬਦ ਤੋਂ ਵੱਧ ਬੋਲਦਾ ਹੈ, ਯਾਨੀ ਕਿ ਉਹਨਾਂ ਦਾ ਜੋ ਕੰਮ ਹੈ ਉਹ ਬਹੁਤ ਵੱਡੇ ਵੱਡੇ ਹਨ। She is the spouse of humble Mr. ਨਾਰਾਇਣ ਮੂਰਤੀ। ਉਹ ਨਿਮਰ ਸ਼੍ਰੀ ਨਾਰਾਇਣ ਮੂਰਤੀ ਦੀ ਪਤਨੀ ਹੈ। ਸਪਾਊਸ ਯਾਨੀ ਕਿ ਪਤਨੀ। The founder of Infosys, Mr. ਨਾਰਾਇਣ ਮੂਰਤੀ Infosys ਦੇ ਫਾਊਂਡਰ ਹਨ। Her contribution towards family, company and world is immense। ਪਰਿਵਾਰ, ਕੰਪਨੀ ਯਾਨੀ ਇਨਫੋਸਿਸ ਅਤੇ ਦੁਨੀਆ ਪ੍ਰਤੀ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੈ। ਇਮੈਂਸ ਯਾਨੀ ਕਿ ਵੱਡਾ। Her humbleness reflects in her writing। ਉਸ ਦੀ ਨਿਮਰਤਾ ਉਸ ਦੀ ਲਿਖਤ ਵਿੱਚ ਝਲਕਦੀ ਹੈ, ਯਾਨੀ ਕਿ ਸੁਧਾ ਮੂਰਤੀ ਦੀ ਜੋ ਨਿਮਰਤਾ ਹੈ ਉਹਨਾਂ ਦੀ ਰਾਈਟਿੰਗ, ਉਹ ਜੋ ਸਟੋਰੀਜ਼ ਲਿਖਦੇ ਹਨ ਉਹਨਾਂ ਵਿੱਚ ਝਲਕਦੀ ਹੈ। ਹਸਨ's attendance problem describes the consequences of not taking things seriously and not working for the sake of knowledge। ਇਹ ਕਹਾਣੀ ਚੀਜ਼ਾਂ ਨੂੰ ਗੰਭੀਰਤਾ ਨਾਲ ਨਾ ਲੈਣ ਅਤੇ ਗਿਆਨ ਦੀ ਖਾਤਰ ਕੰਮ ਨਾ ਕਰਨ ਦੇ ਨਤੀਜਿਆਂ ਦਾ ਵਰਣਨ ਕਰਦੀ ਹੈ, ਯਾਨੀ ਕਿ ਜੋ ਵੀ ਆਪਾਂ ਕਰਦੇ ਹਾਂ ਜਦੀ ਅਸੀਂ ਗੰਭੀਰਤਾ ਨਾਲ ਨਾ ਕਰੀਏ, ਨੌਲੇਜ ਲਈ ਨਾ ਕਰੀਏ ਤਾਂ ਉਹਨਾਂ ਦਾ ਕੌਨਸੀਕੁਐਂਸਿਸ ਜਾਂ ਰਿਜ਼ਲਟ ਕੀ ਹੁੰਦਾ ਹੈ। ਹਸਨ's ਅਟੈਂਡੈਂਸ ਪ੍ਰੋਬਲਮ ਉਸੇ ਬਾਰੇ ਹੈ। ਓਨਲੀ ਵਰਕਿੰਗ ਫॉर ਮਾਰਕਸ ਔਰ ਮਨੀ ਵਿਲ ਲੀਡ ਵਨ ਨੋਵੇਅਰ। ਤੋ ਸਿਰਫ ਅੰਕਾਂ ਜਾਂ ਪੈਸੇ ਲਈ ਕੰਮ ਕਰਨ ਨਾਲ ਕਿਸੇ ਨੂੰ ਕਿਤੇ ਵੀ ਨਹੀਂ ਲੈ ਕੇ ਜਾਂਦਾ, ਯਾਨੀ ਕਿ ਉਸ ਬੰਦੇ ਨੂੰ ਸਕਸੈਸ ਨਹੀਂ ਮਿਲਦੀ। She explains it with quintessential example of her student Hassan, who used to bunk a lot of class। quintessential तो ਉਹ ਇਸ ਨੂੰ ਆਪਣੇ ਵਿਦਿਆਰਥੀ ਰਮਨ ਦੀ ਇੱਕ ਵਧੀਆ ਉਦਾਹਰਨ, ਕੁਇੰਟੀਸੈਂਸ਼ੀਅਲ ਯਾਨੀ ਵਧੀਆ, ਐਗਜ਼ਾਮਪਲ ਯਾਨੀ ਉਦਾਹਰਨ, ਵਧੀਆ ਉਦਾਹਰਨ ਨਾਲ ਸਮਝਾਉਂਦੀ ਹੈ ਜੋ ਉਸ ਦੀ ਬਹੁਤ ਸਾਰੀ ਕਲਾਸਾਂ ਨੂੰ ਬੰਕ ਕਰਦਾ ਸੀ, ਛੱਡ ਦਿੰਦਾ ਸੀ, ਅਟੈਂਡ ਨਹੀਂ ਸੀ ਕਰਦਾ। For many years now, ਹੁਣ ਇਹ ਸਟੋਰੀ ਸ਼ੁਰੂ ਹੋ ਰਹੀ ਹੈ। I have been teaching computer science to students studying for their masters in computer applications at a college in Bangalore। ਹੁਣ ਕਈ ਸਾਲਾਂ ਤੋਂ ਮੈਂ ਬੈਂਗਲੌਰ ਦੇ ਇੱਕ ਕਾਲਜ ਵਿੱਚ ਕੰਪਿਊਟਰ ਐਪਲੀਕੇਸ਼ਨ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਸਿਖਾ ਰਹੀ ਹਾਂ। I have interacted with many students। ਮੈਂ ਬਹੁਤ ਸਾਰੇ ਵਿਦਿਆਰਥੀਆਂ ਨਾਲ ਇੰਟਰੈਕਸ਼ਨ ਕੀਤਾ ਹੈ, ਯਾਨੀ ਗੱਲਬਾਤ ਕੀਤੀ ਹੈ। And thou it is not possible to remember all of them now। ਅਤੇ ਹਾਲਾਂਕਿ ਹੁਣ ਉਹ ਸਾਰੇ ਵਿਦਿਆਰਥੀਆਂ ਨੂੰ ਦੁਬਾਰਾ ਯਾਦ ਕਰਨਾ ਜਾਂ ਯਾਦ ਰੱਖਣਾ ਸੰਭਵ ਨਹੀਂ ਹੈ। The memories of some are etched in my head। ਪਰ ਕੁਝ ਇੱਕ ਵਿਦਿਆਰਥੀਆਂ ਦੀ ਜੋ ਯਾਦਾਂ ਹੈ ਉਹ ਸੁਧਾ ਮੂਰਤੀ ਦੇ ਦਿਮਾਗ ਵਿੱਚ ਉਕਰੀਆਂ ਹੋਈਆਂ ਹਨ। ਐਚ ਯਾਨੀ ਕਿ ਕੋਈ ਚੀਜ਼ ਦਿਮਾਗ ਵਿੱਚ ਰਹਿ ਜਾਣਾ। This is not because they were all brilliant। ਇਹ ਇਸ ਲਈ ਨਹੀਂ ਕਿ ਉਹ ਸਾਰੇ ਹੁਸ਼ਿਆਰ ਸਨ, ਬ੍ਰਿਲੀਅੰਟ ਯਾਨੀ ਕਿ ਹੁਸ਼ਿਆਰ, but rather because something in them was very different from the others।
ਸਗੋਂ ਇਸ ਲਈ ਕਿਉਂਕਿ ਉਹਨਾਂ ਵਿੱਚ ਕੁਝ ਹੋਰਾਂ ਨਾਲੋਂ ਬਹੁਤ ਵੱਖਰਾ ਸੀ। ਯਾਨੀ ਕਿ ਕੁਝ ਸਟੂਡੈਂਟਸ ਦੇ ਵਿੱਚ ਬਾਕੀ ਸਟੂਡੈਂਟਸ ਦੇ ਮੁਕਾਬਲੇ ਕੁਝ ਡਿਫਰੈਂਟ ਹੁੰਦਾ ਸੀ, ਵੱਖਰਾ ਹੁੰਦਾ ਸੀ। ਇਸ ਲਈ ਉਹ ਸੁਧਾ ਮੂਰਤੀ ਦੇ ਦਿਮਾਗ ਵਿੱਚ ਰਹਿ ਗਏ। In my first batch, there was a very bright boy called Hassan. ਮੇਰੇ ਪਹਿਲੇ ਬੈਚ ਵਿੱਚ ਯਾਨੀ ਕਿ ਸੁਧਾ ਮੂਰਤੀ ਦੇ ਪਹਿਲੇ ਬੈਚ ਵਿੱਚ ਰਮਨ ਨਾਮ ਦਾ ਇੱਕ ਬਹੁਤ ਹੀ ਹੁਸ਼ਿਆਰ ਮੁੰਡਾ ਸੀ। He was tall, handsome, with a very good memory. ਉਹ ਬਹੁਤ ਲੰਬਾ ਸੀ, ਸੁੰਦਰ ਸੀ, ਦੇਖਣ ਨੂੰ ਵਧੀਆ ਸੀ ਅਤੇ ਉਸ ਦੀ ਮੈਮਰੀ ਜਾਂ ਯਾਦਾਸ਼ਤ ਬਹੁਤ ਹੀ ਚੰਗੀ ਸੀ। He came from an affluent family where he was the only son. Affluent family यानी कि अमीर फैमिली। तो ਉਹ ਇੱਕ ਅਮੀਰ ਪਰਿਵਾਰ ਵਿੱਚੋਂ ਆਇਆ ਸੀ ਜਿੱਥੇ ਕਿ ਉਹ ਇਕਲੌਤਾ ਪੁੱਤਰ ਸੀ ਉਸ ਪਰਿਵਾਰ ਦਾ। Initially, I did not come to know of his existence at all। ਕਿ ਪਹਿਲਾਂ ਤੋਂ ਸ਼ੁਰੂ ਵਿੱਚ ਸੁਧਾ ਮੂਰਤੀ ਨੂੰ ਉਸ ਦੀ ਹੋਂਦ ਬਾਰੇ ਬਿਲਕੁਲ ਹੀ ਨਹੀਂ ਪਤਾ ਲੱਗਿਆ। ਹੋਂਦ ਯਾਨੀ ਕਿ ਉਹ ਕਲਾਸ ਵਿੱਚ ਹੁੰਦਾ ਹੀ ਨਹੀਂ ਸੀ। ਮੇਨਲੀ ਬਿਕੋਜ਼ ਹੀ ਵਾਜ਼ ਹਾਰਡਲੀ ਐਵਰ ਪ੍ਰੈਜ਼ੈਂਟ। ਮੁੱਖ ਤੌਰ 'ਤੇ ਕਿਉਂਕਿ ਉਹ ਸ਼ਾਇਦ ਹੀ ਕਦੇ ਕਲਾਸ ਦੇ ਵਿੱਚ ਮੌਜੂਦ ਹੁੰਦਾ ਸੀ। ਮੇਨਲੀ ਯਾਨੀ ਮੁੱਖ ਤੌਰ 'ਤੇ। I normally take the first class of the day। तो मैं ਆਮ ਤੌਰ 'ਤੇ ਦਿਨ ਦੀ ਪਹਿਲੀ ਕਲਾਸ ਲੈਂਦੀ ਸੀ। ਸੁਧਾ ਮੂਰਤੀ ਦਿਨ ਦੀ ਪਹਿਲੀ ਕਲਾਸ ਲੈਂਦੀ ਸੀ which is scheduled at 9 AM, ਜੋ ਕਿ ਸਵੇਰੇ 9 ਵਜੇ ਨਿਰਧਾਰਤ ਕੀਤੀ ਜਾਂਦੀ ਸੀ। ਔਰ the one after that at 10 AM, ਜਾਂ ਉਸ ਤੋਂ ਬਾਅਦ ਵਾਲੀ ਕਲਾਸ ਜੋ ਕਿ 10 ਵਜੇ ਹੁੰਦੀ ਸੀ। I prefer this time as this is when students are fresh and very attentive। तो ਇਹ ਸੁਧਾ ਮੂਰਤੀ ਜੋ ਥੇ ਉਹ ਉਸੇ ਸਮੇਂ ਨੂੰ ਤਰਜੀਹ ਦਿੰਦੀ ਸੀ ਇਹ 9 ਵਜੇ ਜਾਂ 10 ਵਜੇ ਦੀ ਕਲਾਸ ਨੂੰ ਕਿਉਂਕਿ ਇਹ ਉਦੋਂ ਹੁੰਦਾ ਸੀ ਜਦੋਂ ਵਿਦਿਆਰਥੀ ਤਾਜ਼ਾ ਔਰ ਬਹੁਤ ਜ਼ਿਆਦਾ ਧਿਆਨ ਲਗਾ ਕੇ ਪੜ੍ਹਦੇ ਸਨ। Once in a while, Hassan would turn up, particularly if there was a class test or during examinations। तो ਕਦੇ ਕਬਾਰ ਹਸਨ ਕਲਾਸ ਦੇ ਵਿੱਚ ਆ ਜਾਂਦਾ ਸੀ। ਸਪੈਸ਼ਲੀ ਪਰਟੀਕੂਲਰਲੀ ਖਾਸ ਤੌਰ 'ਤੇ ਜਦੋਂ ਕਿ ਕਦੇ ਕਬਾਰ ਕਲਾਸ ਟੈਸਟ ਹੁੰਦਾ ਸੀ ਜਾਂ ਐਗਜ਼ਾਮਸ ਦੇ ਦੌਰਾਨ। I met him more often for attendance shortage meetings। ਅਤੇ ਸੁਧਾ ਮੂਰਤੀ ਉਸ ਨੂੰ ਜ਼ਿਆਦਾਤਰ ਤੋਂ ਅਟੈਂਡੈਂਸ ਸ਼ਾਰਟੇਜ ਮੀਟਿੰਗਸ ਦੇ ਵਿੱਚ ਹੀ ਮਿਲਦੀ ਸੀ। He would beg for attendance in such a manner that it was very difficult for me to say no। ਅਤੇ ਉਹ ਜੋ ਹਸਨ ਸੀ ਉਹ ਅਟੈਂਡੈਂਸ ਲਈ ਸੁਧਾ ਮੂਰਤੀ ਨੂੰ ਇਸ ਤਰ੍ਹਾਂ ਬੈਗ ਕਰਦਾ ਸੀ, ਰਿਕੁਐਸਟ ਕਰਦਾ ਸੀ ਜਾਂ ਭੀਖ ਮੰਗਦਾ ਸੀ ਕਿ ਸੁਧਾ ਮੂਰਤੀ ਲਈ ਉਸ ਨੂੰ ਨਾ ਕਹਿਣਾ ਬੜਾ ਹੀ ਮੁਸ਼ਕਿਲ ਹੋ ਜਾਂਦਾ ਸੀ। ਸਮਟਾਈਮਸ ਆਈ ਵੁੱਡ ਗੈਟ ਅਪਸੈਟ ਐਂਡ ਟੈਲ ਹਿਮ। ਕਦੇ ਕਵਾਰ ਉਹ ਬਹੁਤ ਜ਼ਿਆਦਾ ਨਾਰਾਜ਼ ਹੋ ਜਾਂਦੀ ਸੀ ਸੁਧਾ ਮੂਰਤੀ ਅਤੇ ਹਸਨ ਨੂੰ ਕਹਿੰਦੀ ਸੀ ਨੋ ਆਈ ਕਾਂਟ ਗਿਵ ਯੂ ਅਟੈਂਡੈਂਸ, ਕਿ ਨਹੀਂ ਮੈਂ ਤੈਨੂੰ ਹਾਜ਼ਰੀ ਨਹੀਂ ਦੇ ਸਕਦੀ, ਅਟੈਂਡੈਂਸ ਨਹੀਂ ਦੇ ਸਕਦੀ। ਦੇयर शुड बी डिसिप्लिन, ਕਿ ਡਿਸਿਪਲਿਨ ਹੋਣਾ ਚਾਹੀਦਾ ਹੈ, ਅਨੁਸ਼ਾਸਨ ਹੋਣਾ ਚਾਹੀਦਾ ਹੈ। ਯੈਸ ਮੈਡਮ, ਹੀ ਵੁੱਡ ਰਿਪਲਾਈ ਅਪੋਲੋਜੈਟਿਕਲੀ। ਇਹ ਵਰਡ ਹੈ ਅਪੋਲੋਜੈਟਿਕਲੀ ਯਾਨੀ ਕਿ ਸੌਰੀ ਹੋਣਾ। ਪਾਰਡਨ ਮੀ, ਤੋ ਉਹ ਕਹਿੰਦਾ ਹਾਂ ਮੈਡਮ। ਉਹ ਮਾਫੀ ਨਾਲ ਜਵਾਬ ਮੀਨਸ ਉਹ ਕੀ ਕਰਦਾ ਸੀ ਕਿ ਉਹ ਮਾਫੀ ਮੰਗ ਰਿਹਾ ਹੈ ਇਸ ਤਰ੍ਹਾਂ ਉਹ ਜਵਾਬ ਦਿੰਦਾ ਸੀ ਔਰ ਕਹਿੰਦਾ ਸੀ ਮੈਨੂੰ ਮਾਫ ਕਰ ਦਿਓ। ਫਰੋਮ ਦ ਨੈਕਸਟ ਸੈਮੈਸਟਰ ਔਨਵਰਡਸ ਆਈ ਵਿਲ ਡੈਫੀਨੇਟਲੀ ਅਟੈਂਡ ਯੋਰ ਕਲਾਸ। ਅਗਲੇ ਸਮੈਸਟਰ ਤੋਂ ਹਸਨ ਕਹਿੰਦਾ ਸੀ ਕਿ ਮੈਂ ਤੁਹਾਡੀ ਕਲਾਸ ਵਿੱਚ ਜ਼ਰੂਰ ਆਵਾਂਗਾ ਯਾਨੀ ਕਿ ਅਟੈਂਡ ਕਰਾਂਗਾ। ਕੈਨ ਯੂ ਨੋਟ ਪਾਰਡਨ ਮੀ ਦਿਸ ਟਾਈਮ। ਪਾਰਡਨ यानी कि माफ़ करना,
ਕਿ ਕੀ ਤੁਸੀਂ ਮੈਨੂੰ ਇਸ ਵੇਲੇ ਮਾਫ਼ ਨਹੀਂ ਕਰ ਸਕਦੇ? ਇਸ ਵਾਰ ਯਾਨੀ ਕਿ ਦਿਸ ਟਾਈਮ ਯਾਨੀ ਕਿ ਇਸ ਵਾਰ ਕੀ ਤੁਸੀਂ ਮੈਨੂੰ ਮਾਫ਼ ਨਹੀਂ ਕਰ ਸਕਦੇ? ਟੂ err ਇਜ਼ ਹਿਊਮਨ, ਟੂ forgive ਇਜ਼ divine। err यानी मिस्टेक करना, forgive यानी कि माफ़ करना, डिवाइन यानी कि ब्रह्म यानी कि गॉडली कुछ होना। तो ਉਹ ਕਹਿੰਦਾ ਸੀ ਕਿ ਮਨੁੱਖ ਤੋਂ ਗਲਤੀਆਂ ਕਰਦਾ ਹੈ ਪਰ ਮਾफ़ ਕਰਨ ਵਾਲਾ ਬਹੁਤ ਵੱਡਾ ਹੁੰਦਾ ਹੈ। ਯੂ ਹੈਵ ਓਨਲੀ ਟੌਟ ਅਸ ਦਿਸ, ਕਿ ਤੁਸੀਂ ਹੀ ਇਸ ਚੀਜ਼ ਸਾਨੂੰ ਸਿਖਾਇਆ, ਯਾਨੀ ਕਿ ਮੈਂ ਤਾਂ ਗਲਤੀ ਕਰ ਦਿੱਤਾ ਹੈ, ਹੁਣ ਤੁਸੀਂ ਮੈਨੂੰ ਮਾफ़ ਕਰ ਦਿਓ। I could not remain angry for long, ਕਿ ਮੈਂ ਜ਼ਿਆਦਾ ਦੇਰ ਤੱਕ ਉਸ ਦੇ ਨਾਲ ਗੁੱਸਾ ਨਹੀਂ ਰਹਿ ਪਾਉਂਦੀ ਸੀ। Teachers do get upset with students who are not regular, ਕਿ ਅਧਿਆਪਕ ਉਹਨਾਂ ਵਿਦਿਆਰਥੀਆਂ ਤੋਂ ਨਾਰਾਜ਼ ਹੋ ਜਾਂਦੇ ਹਨ ਜੋ ਕਿ ਰੈਗੂਲਰ ਨਹੀਂ ਹੁੰਦੇ ਕਲਾਸ ਦੇ ਵਿੱਚ। ਬਟ ਇਫ ਦ ਅਟੈਂਡੈਂਸ ਸ਼ਾਰਟੇਜ affects their appearance in the final examination, ਪਰ ਜਦੀ ਉਹਨਾਂ ਦਾ ਜੋ ਅਟੈਂਡੈਂਸ ਸ਼ਾਰਟੇਜ ਹੈ, ਜਦੀ ਉਹਨਾਂ ਦੀ ਅਟੈਂਡੈਂਸ ਘੱਟ ਹੈ ਅਤੇ ਉਹਨਾਂ ਨੂੰ ਐਗਜ਼ਾਮੀਨੇਸ਼ਨ ਦੇ ਵਿੱਚ ਆਉਣ ਲਈ ਪ੍ਰੋਬਲਮ ਕ੍ਰੀਏਟ ਕਰਦੀ ਹੈ। one tends to melt like snow against the sun, ਤਾਂ ਵਿਅਕਤੀ ਸੂਰਜ ਦੇ ਵਿਰੁੱਧ ਬਰਫ਼ ਵਾਂਗ ਪਿਘਲ ਜਾਂਦਾ ਹੈ। ਯਾਨੀ ਕਿ ਟੀਚਰਸ ਕੀ ਹੁੰਦੇ ਹਨ, ਇੱਥੇ ਸਨੋ ਦੇ ਵਰਗੇ ਹੁੰਦੇ ਹਨ। ਤੋ ਉਹ ਕੀ ਕਰਦੇ ਕਿ ਜਦ ਸਟੂਡੈਂਟਸ ਰਿਕੁਐਸਟ ਕਰਦਾ ਤਾਂ ਉਹ ਪਿਘਲ ਜਾਂਦੇ ਹਨ ਅਤੇ ਉਹਨਾਂ ਨੂੰ ਮਾਫ਼ ਕਰ ਦਿੰਦੇ ਹਨ। ਟੀਚਰਸ ਐਂਗਰੀ ਵੀ ਹੁੰਦੇ ਹਨ, ਅਪਸੈਟ ਵੀ ਹੁੰਦੇ ਹਨ, ਪਰ ਜਦੋਂ ਟੀਚਰਸ ਦੇਖਦੇ ਹਨ ਕਿ ਜਦੀ ਇਹ ਬੱਚੇ ਨੂੰ ਅਟੈਂਡੈਂਸ ਨਾ ਦਿੱਤਾ ਜਾਵੇ ਤਾਂ ਇਹ ਫਾਈਨਲ ਐਗਜ਼ਾਮ ਅਟੈਂਡ ਨਹੀਂ ਕਰ ਪਾਏਗਾ, ਤਾਂ ਉਹ ਕੀ ਹੋ ਜਾਂਦੇ ਹਨ, ਉਹ ਪਿਘਲ ਜਾਂਦੇ ਹਨ ਅਤੇ ਆਪਣੇ ਸਟੂਡੈਂਟਸ ਨੂੰ ਮਾਫ਼ ਕਰ ਦਿੰਦੇ ਹਨ। A good teacher will always wish for the best of her student, ਇੱਕ ਚੰਗਾ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀ ਲਈ ਸਭ ਤੋਂ ਵਧੀਆ ਹੀ ਕਾਮਨਾ ਕਰਦਾ ਹੈ। ਵਿਸ਼ ਯਾਨੀ ਕਿ ਕਾਮਨਾ ਕਰਨਾ। Though I do agree, discipline is very important too। Though यानी हालांकि मैं एग्री करती हाँ, इस गल तो सहमत हाँ कि डिसिप्लिन यानी कि अनुशासन बहुत ही इम्पोर्टेंट हुंदा है, महत्वपूर्ण हुंदा है। As he was very bright, Hassan would invariably get a first class in the exam। Bright यानी होशियार होना, invariably यानी बिना किसी बदलाव दे। तो क्योंकि वो बहुत होशियार सी, हसन बहुत होशियार सी, हसन हमेशा इम्तिहान विच पहला दर्जा प्राप्त कर लैंदा सी, यानी वो फर्स्ट आ जांदा सी। However, before the exam started every semester, this drama with Hassan would be repeated। ਹਾਲਾਂਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਮੈਸਟਰ 'ਚ ਰਮਨ ਨਾਲ ਇਹ ਡਰਾਮਾ ਦੁਹਰਾਇਆ ਜਾਂਦਾ ਸੀ ਕਿ ਮੈਨੂੰ ਅਟੈਂਡੈਂਸ ਦੇ ਦਿਓ, ਮੈਂ ਅਗਲੀ ਵਾਰ ਹਰ ਕਲਾਸ ਰੈਗੂਲਰਲੀ ਅਟੈਂਡ ਕਰਾਂਗਾ। ਆਈ ਵੁੱਡ ਗੈਟ ਅਪਸੈਟ, ਮੈਂ ਪਰੇਸ਼ਾਨ ਹੋ ਜਾਂਦੀ ਸੀ। ਥ੍ਰੈਟਨ ਐਂਡ ਅਲਟੀਮੇਟਲੀ ਗਿਵ ਇਨ, ਯਾਨੀ ਕਿ ਸੁਧਾ ਮੂਰਤੀ ਅਪਸੈਟ ਹੋ ਜਾਂਦੀ ਸੀ, ਥ੍ਰੈਟਨ ਕਰਦੀ ਸੀ ਯਾਨੀ ਧਮਕੀਆਂ ਦਿੰਦੀ ਸੀ ਹਸਨ ਨੂੰ, ਪਰ ਅਖੀਰ ਵਿੱਚ ਅਲਟੀਮੇਟਲੀ ਯਾਨੀ ਕਿ ਅਖੀਰ ਵਿੱਚ ਉਹ ਮਾਨ ਹੀ ਜਾਂਦੀ ਸੀ। ਈਚ ਟਾਈਮ ਹਸਨ ਵੁੱਡ ਪ੍ਰੋਮਿਸ ਟੂ ਇੰਪਰੂਵ ਹਿਸ ਅਟੈਂਡੈਂਸ ਰਿਕਾਰਡ, ਹਰ ਵਾਰ ਹਸਨ ਆਪਣੇ ਹਾਜ਼ਰੀ ਰਿਕਾਰਡ ਨੂੰ ਸੁਧਾਰਨ ਦਾ ਵਾਅਦਾ ਕਰਦਾ ਸੀ। for 1 week would attend all classes, ਅਤੇ ਇੱਕ ਹਫ਼ਤੇ ਲਈ ਉਹ ਸਾਰੇ ਕਲਾਸਿਸ ਨੂੰ ਅਟੈਂਡ ਕਰਦਾ ਸੀ, ਸਾਰੇ ਕਲਾਸਿਸ ਵਿੱਚ ਹਾਜ਼ਰ ਹੁੰਦਾ ਸੀ। then the same old story would follow, ਫਿਰ ਉਸ ਤੋਂ ਬਾਅਦ ਸੇਮ ਸਟੋਰੀ ਹੁੰਦੀ ਸੀ ਕਿ ਉਹ ਕਲਾਸ ਅਟੈਂਡ ਕਰਨਾ ਛੱਡ ਦਿੰਦਾ ਸੀ। each time he had a different reason for his absences, ਅਤੇ ਹਰ ਵਾਰੀ ਉਸ ਦੇ ਕੋਲ ਕੋਈ ਨਈ ਕਹਾਣੀ ਹੁੰਦੀ ਸੀ, ਅਲੱਗ ਹੀ ਕਹਾਣੀ ਹੁੰਦੀ ਸੀ ਉਹਦੀ ਗੈਰ ਹਾਜ਼ਰੀ ਲਈ। Unfortunately,
They always seemed genuine to me. ਬਦਕਿਸਮਤੀ ਨਾਲ, ਅਨਫੋਰਚੂਨੇਟਲੀ ਯਾਨੀ ਬਦਕਿਸਮਤੀ, ਬਦਕਿਸਮਤੀ ਨਾਲ ਉਹ ਜੋ ਵੀ ਕਾਰਨ ਦੱਸਦਾ ਸੀ ਉਹ ਹਮੇਸ਼ਾ ਸੁਧਾ ਮੂਰਤੀ ਨੂੰ ਸੱਚੇ ਹੀ ਲੱਗਦੇ ਸੀ। ਜੈਨੂਇਨ ਯਾਨੀ ਕਿ ਸੱਚੇ, ਯਾਨੀ ਕਿ ਉਹ ਜੋ ਵੀ ਬਾਨਾ ਮਾਰਦਾ ਸੀ ਉਹ ਸੁਧਾ ਮੂਰਤੀ ਨੂੰ ਸੱਚੇ ਹੀ ਲੱਗਦੇ ਸੀ। Once I got tired of his stories and called his parents. ਤੇ ਇੱਕ ਵਾਰੀ ਸੁਧਾ ਮੂਰਤੀ ਉਸ ਦੀਆਂ ਕਹਾਣੀਆਂ ਸੁਣ ਕੇ ਅੱਕ ਗਈ ਅਤੇ ਉਸ ਦੇ ਮਾਪਿਆਂ ਨੂੰ ਬੁਲਾਇਆ। Your son is a bright boy. ਤੁਹਾਡਾ ਬੱਚਾ ਇੱਕ ਹੁਸ਼ਿਆਰ ਬੱਚਾ ਹੈ। He is not arrogant. ਉਹ ਅਹੰਕਾਰੀ ਜਾਂ ਕਮੰਡੀ ਵੀ ਨਹੀਂ ਹੈ। But he is indisciplined. ਪਰ ਉਹ ਅਨੁਸ਼ਾਸਨਹੀਨ ਹੈ। ਇਨਡਿਸਿਪਲਿਨ ਯਾਨੀ ਕਿ ਅਨੁਸ਼ਾਸਨਹੀਨ। If only he came to class regularly and attended the lab, I am sure he can get a rank. ਜੇ ਉਹ ਨਿਯਮਿਤ ਤੌਰ 'ਤੇ ਕਲਾਸ ਵਿੱਚ ਆਏ ਅਤੇ ਲੈਬ ਵਿੱਚ ਜਾਏ ਤਾਂ ਮੈਨੂੰ ਯਕੀਨ ਹੈ ਕਿ ਉਹ ਰੈਂਕ ਪ੍ਰਾਪਤ ਕਰ ਸਕਦਾ ਹੈ। I have failed to convince him. ਕਿ ਮੈਂ ਉਹਨੂੰ ਕਨਵਿੰਸ ਕਰਨ ਵਿੱਚ, ਇਸ ਵਿੱਚ ਕਿ ਤੂੰ ਰੈਗੂਲਰ ਕਲਾਸ ਵਿੱਚ ਆਇਆ ਕਰੋ, ਇਸ ਚੀਜ਼ ਵਿੱਚ ਮੈਂ ਫੇਲ ਹੋ ਚੁੱਕੀ ਹਾਂ। ਆਈ ਵਿਲ ਬੀ ਹੈਪੀ ਇਫ ਯੂ ਕੁਡ ਲੁੱਕ ਇਨਟੂ ਦ ਮੈਟਰ ਮੋਰ ਸੀਰੀਅਸਲੀ। ਕਿ ਮੈਨੂੰ ਖੁਸ਼ੀ ਹੋਏਗੀ ਜਦੀ ਤੁਸੀਂ ਇਸ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਵੇਖੋ। ਬਿਕੋਜ਼ ਦਿਸ ਇਜ਼ ਗੋਇੰਗ ਟੂ ਇਫੈਕਟ ਹਿਜ਼ ਲਾਈਫ, ਆਈ ਸੈਡ ਟੂ ਦੈਮ। ਕਿਉਂਕਿ ਇਹ ਚੀਜ਼ ਉਸ ਦੀ ਜ਼ਿੰਦਗੀ ਵਿੱਚ ਇਫੈਕਟ ਪਾਏਗਾ, ਅਸਰ ਪਾਏਗਾ। ਇਹ ਗੱਲ ਸੁਧਾ ਮੂਰਤੀ ਨੇ ਹਸਨ ਦੇ ਪੈਰੈਂਟਸ ਨੂੰ ਕਿਹਾ। ਹਸਨ's father was a busy man and did not take my words very seriously. ਸੁਧਾ ਮੂਰਤੀ ਕਹਿੰਦੀ ਹੈ ਕਿ ਹਸਨ ਦਾ ਫਾਦਰ ਬਹੁਤ ਹੀ ਵਿਅਸਤ ਵਿਅਕਤੀ ਸੀ ਅਤੇ ਹਸਨ ਦੇ ਫਾਦਰ ਨੇ ਸੁਧਾ ਮੂਰਤੀ ਦੇ ਸ਼ਬਦਾਂ ਨੂੰ ਬਹੁਤ ਜ਼ਿਆਦਾ ਸੀਰੀਅਸਲੀ ਨਹੀਂ ਲਿਆ, ਬਹੁਤ ਗੰਭੀਰਤਾ ਨਾਲ ਨਹੀਂ ਲਿਆ। ਹੀ ਸੈਡ, ਹਸਨ ਦੇ ਫਾਦਰ ਨੇ ਕਿਹਾ, ਐਜ਼ ਲੌਂਗ ਐਜ਼ ਹੀ ਡਜ਼ ਵੈਲ ਦੈਟ ਇਜ਼ ਫਾਈਨ ਵਿਥ ਮੀ। ਜਦੋਂ ਤੱਕ ਕਿ ਉਹ ਬਹੁਤ ਵਧੀਆ ਕਰ ਰਿਹਾ ਹੈ, ਯਾਨੀ ਐਗਜ਼ਾਮਸ ਦੇ ਵਿੱਚ ਮਾਰਕਸ ਲੈ ਰਿਹਾ ਹੈ, ਮੈਂ ਇਸ ਗੱਲ ਤੋਂ ਓਕੇ ਹਾਂ, ਫਾਈਨ ਹਾਂ। Because after a certain age, children do not listen to their parents. ਕਿਉਂਕਿ ਕੁਝ ਇੱਕ ਉਮਰ ਤੋਂ ਬਾਅਦ ਬੱਚੇ ਆਪਣੇ ਪੈਰੈਂਟਸ ਦੀ ਗੱਲ ਨਹੀਂ ਮੰਨਦੇ। ਓਨਲੀ ਲਾਈਫ ਵਿਲ ਟੀਚ them. ਇਹ ਜ਼ਿੰਦਗੀ ਹੀ ਉਹਨਾਂ ਨੂੰ ਪਾਠ ਸਿਖਾਏਗੀ। ਬਟ ਹਿਜ਼ ਮਦਰ ਵਾਜ਼ ਇਨ ਟੀਅਰਸ। ਪਰ ਉਹਦੀ ਮਦਰ ਟੀਅਰਸ ਦੇ ਵਿੱਚ ਸੀ, ਯਾਨੀ ਉਹਨਾਂ ਦੇ ਅੱਖੋਂ ਵਿੱਚੋਂ ਅੰਜੂ ਰੁੜ ਰਹੇ ਸੀ। ਮੈਡਮ, ਆਈ ਹੈਵ ਫੇਲਡ ਐਜ਼ ਅ ਮਦਰ। ਹਸਨ ਦੀ ਮੰਮੀ ਸੁਧਾ ਮੂਰਤੀ ਨੂੰ ਕਹਿੰਦੀ ਹੈ ਕਿ ਮੈਡਮ, ਮੈਂ ਮਾਂ ਦੇ ਤੌਰ 'ਤੇ ਫੇਲ ਹੋ ਚੁੱਕੀ ਹਾਂ, ਯਾਨੀ ਮੈਂ ਅੱਛੀ ਮਦਰ ਨਹੀਂ ਬਣ ਸਕੀ। ਹੀ ਡਜ਼ ਨਾਟ ਲਿਸਨ ਟੂ ਮੀ ਐਟ ਆਲ। ਉਹ ਮੇਰੀ ਗੱਲ ਬਿਲਕੁਲ ਵੀ ਨਹੀਂ ਸੁਣਦਾ। ਹੀ ਸਪੈਂਡਸ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ ਐਂਡ ਚੈਟਿੰਗ ਵਿਦ ਹਿਜ਼ ਫਰੈਂਡਸ। ਉਹ ਸਾਰੀ ਰਾਤ ਮਿਊਜ਼ਿਕ ਸੁਣਨ ਵਿੱਚ ਅਤੇ ਆਪਣੇ ਫਰੈਂਡਸ ਦੇ ਨਾਲ ਗੱਲਬਾਤ, ਚੈਟਿੰਗ ਯਾਨੀ ਗੱਲਬਾਤ ਕਰਨ ਦੇ ਵਿੱਚ ਕੱਢ ਦਿੰਦਾ ਹੈ। ਹੀ ਸਲੀਪਸ ਐਟ 6 in the morning. ਉਹ ਸਵੇਰੇ 6 ਵਜੇ ਸੌਂਦਾ ਹੈ। ਹਾਊ ਕੈਨ ਹੀ ਕਮ ਟੂ ਐਨੀ ਕਲਾਸ। ਉਹ ਕਿਸੇ ਵੀ ਕਲਾਸ ਵਿੱਚ ਕਿਵੇਂ ਆਵੇਗਾ, ਯਾਨੀ ਕਿਸ ਤਰ੍ਹਾਂ ਆਏਗਾ। ਉਹ ਤਾਂ ਸਾਰੀ ਰਾਤ ਮਿਊਜ਼ਿਕ ਸੁਣਦਾ ਹੈ, ਆਪਣੇ ਦੋਸਤਾਂ ਨਾਲ ਗੱਲਬਾਤ ਕਰਦਾ ਹੈ ਅਤੇ ਸਵੇਰੇ 6 ਵਜੇ ਤੋਂ ਉਹ ਸੌਂਦਾ ਹੈ। ਫਿਰ ਕਿਸ ਤਰ੍ਹਾਂ ਕੋਈ ਵੀ ਕਲਾਸ ਵਿੱਚ ਆਏਗਾ। ਹੀ ਡਜ਼ ਨਾਟ ਪੇ ਐਨੀ ਅਟੈਂਸ਼ਨ ਟੂ ਵਟ ਆਈ ਸੇ। ਉਹ ਮੇਰੀ ਕਿਸੇ ਵੀ ਗੱਲ ਦੇ ਉੱਤੇ ਧਿਆਨ ਨਹੀਂ ਦਿੰਦਾ। ਐਂਡ ਟੈਲਸ ਮੀ ਆਈ ਰਿਪੀਟ ਦ ਸੇਮ ਥਿੰਗ ਆਲਵੇਜ਼। ਅਤੇ ਮੈਨੂੰ ਕਹਿੰਦਾ ਹੈ ਕਿ ਮੈਂ ਹਮੇਸ਼ਾ ਉਹੀ ਗੱਲ ਦੁਹਰਾਉਂਦੀ ਹਾਂ। The meeting ended in an argument between his parents. Argument यानी बहस। तो ये जो मीटिंग बुलाई गई सी हसन दे अटेंडेंस दे बारे, ये मीटिंग
ਉਹਦੇ ਪੈਰੈਂਟਸ ਮਾਤਾ ਪਿਤਾ ਵਿਚਕਾਰ ਬਹਿਸ ਵਿੱਚ ਖਤਮ ਹੋ ਗਈ, ਯਾਨੀ ਉਹ ਆਪਸ ਵਿੱਚ ਹੀ ਬਹਿਸ ਕਰਨ ਲੱਗ ਪਏ। ਹਿਸ ਫਾਦਰ ਸੈਡ, ਹਸਨ ਦੇ ਪਿਤਾ ਨੇ ਕਿਹਾ, ਯੂ ਆਰ ਦਾ ਮਦਰ, ਕਿ ਤੁਸੀਂ ਮਾਂ ਹੋ। ਇਟ ਇਜ਼ ਯੋਰ ਡਿਊਟੀ ਟੂ ਕਰੈਕਟ ਹਿਮ, ਉਸ ਨੂੰ ਸੁਧਾਰਨਾ ਤੁਹਾਡਾ ਫਰਜ਼ ਹੈ, ਤੁਹਾਡੀ ਡਿਊਟੀ ਹੈ। ਯੂ ਸ਼ੁੱਡ ਸਪੈਂਡ ਮੋਰ ਟਾਈਮ ਵਿਦ ਹਿਮ, ਤੁਹਾਨੂੰ ਉਸ ਨਾਲ ਜ਼ਿਆਦਾ ਸਮੇਂ ਬਿਤਾਉਣਾ ਚਾਹੀਦਾ ਹੈ। ਆਈ ਐਮ ਸੋ ਬਿਜ਼ੀ, ਹਸਨ ਦਾ ਫਾਦਰ ਕਹਿੰਦਾ ਹੈ ਕਿ ਮੈਂ ਤਾਂ ਬਹੁਤ ਜ਼ਿਆਦਾ ਵਿਅਸਤ ਜਾਂ ਬਿਜ਼ੀ ਹਾਂ। ਯੂ ਹੈਵ ਫੇਲਡ, ਤੋ ਤੁਸੀਂ ਫੇਲ ਹੋ ਗਏ ਹੋ ਐਜ਼ ਅ ਮਦਰ, ਯਾਨੀ ਕਿ ਇਹ ਸਾਰੀ ਗਲਤੀ ਤੁਹਾਡੀ ਹੈ। ਹਿਜ਼ ਮਦਰ ਸੈਡ, ਹੁਣ ਹਸਨ ਦੀ ਮਾਂ ਕਹਿੰਦੀ ਆ ਉਸ ਦੇ ਫਾਦਰ ਨੂੰ, ਯੂ ਆਰ ਦਾ ਫਾਦਰ, ਕਿ ਤੁਸੀਂ ਉਸ ਦੇ ਫਾਦਰ ਹੋ। ਇਟ ਇਜ਼ ਡਿਫਿਕਲਟ ਟੂ ਕੰਟਰੋਲ ਬॉयਜ਼, ਕਿ ਮੁੰਡਿਆਂ ਨੂੰ ਕਾਬੂ ਕਰਨਾ ਔਖਾ ਹੁੰਦਾ ਹੈ। ਯੂ ਕੈਨ ਸਪੀਕ ਟੂ ਹਿਮ ਮੈਨ ਟੂ ਮੈਨ, ਕਿ ਤੁਸੀਂ ਉਸ ਨਾਲ ਮੈਨ ਟੂ ਮੈਨ ਗੱਲ ਕਰ ਸਕਦੇ ਹੋ। ਅਰਨਿੰਗ ਮਨੀ ਇਜ਼ ਨਾਟ ਦ ਓਨਲੀ ਥਿੰਗ ਇਨ ਲਾਈਫ, ਅਰਨਿੰਗ ਮਨੀ ਯਾਨੀ ਪੈਸਾ ਕਮਾਉਣਾ, ਕਿ ਪੈਸਾ ਕਮਾਉਣਾ ਹੀ ਜ਼ਿੰਦਗੀ ਵਿੱਚ ਸਭ ਕੁਝ ਨਹੀਂ ਹੁੰਦਾ। ਯਾਨੀ ਕਿ ਫਾਦਰ ਮਦਰ ਦੀ ਗਲਤੀਆਂ ਨਿਕਾਲ ਰਿਹਾ ਹੈ, ਮਦਰ ਫਾਦਰ ਦੀ ਨਿਕਾਲ ਰਿਹਾ ਹੈ। ਤੇ ਇਹ ਆਪਸ ਵਿੱਚ ਹੀ ਸੁਧਾ ਮੂਰਤੀ, ਜੋ ਕਿ ਹਸਨ ਦੀ ਟੀਚਰ ਸੀ, ਉਹਨਾਂ ਦੇ ਸਾਹਮਣੇ ਆਪਸ ਵਿੱਚ ਹੀ ਬਹਿਸ ਕਰਨ ਲੱਗ ਪਏ। This continued for a while and the meeting ended fruitlessly. Fruitlessly यानी बिना किसी फायदे दे। तो ये जो बहस थी ये थोड़ी देर चलता रहा। For a while यानी थोड़ी देर चलता रहा ਅਤੇ ਇਹ ਮੀਟਿੰਗ ਬਿਨਾਂ ਕਿਸੇ ਨਤੀਜੇ ਜਾਂ ਬਿਨਾਂ ਕਿਸੇ ਫਾਇਦੇ ਨਾਲ ਖਤਮ ਹੋ ਗਈ। Hassan continued in his ways till he passed out of his course as usual in the first class। तो हसन अपने तरीके नाल ही कंटिन्यू किया, उसी तरह इरैगूलर रहा, वो क्लास नू रैगूलरली अटेंड नहीं करना उसने शुरू किया और वो अपने कोर्स विचों पास हो गया, वो भी फर्स्ट क्लास दे विच। ही वॉज अ नाइस बॉय, वो चंगा बच्चा सी। ही केम एंड थैंक मी, ਹਸਨ ਜਦੋਂ ਪਾਸ ਹੋ ਗਿਆ ਉਹ ਸੁਧਾ ਮੂਰਤੀ ਕੋਲ ਆਇਆ ਅਤੇ ਉਹਨਾਂ ਨੂੰ ਥੈਂਕਸ ਕੀਤਾ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ 3 ਪੇजेस 3, 4 ਐਂਡ 5 ਆਪਾਂ ਦੂਜੇ ਵੀਡੀਓ ਵਿੱਚ ਕਰਾਂਗੇ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ ਵੈਰੀ ਮਚ ਐਵਰੀਵਨ, ਬਾਏ ਬਾਏ।